Today we will discuss chapter 2, the world population distribution density and growth, human geography, chapter 2 MCQ questions. As per the CBSE latest revised syllabus 2022-23 examination. First question, the continent that has the lowest growth rate of population. Which continent has the lowest growth rate? The options are Africa, South America, Asia, and Europe. Option D is Europe. So here right answer is Europe. The European continent is the lowest growth rate of population. Okay, move to the next question. Who can make a nation greater and stronger? Who can make nation greater and stronger? The options are gold. Option B, it's a people of a country. Migrants. And D, refugees. If I clear this question in Hindi, ਉਹ ਕਿਹੜੀ ਚੀਜ਼ ਹੈ ਜਿਹੜੀ ਨੇਸ਼ਨ ਨੂੰ ਗ੍ਰੇਟਰ ਐਂਡ ਸਟਰੋਂਗਰ ਬਣਾਉਂਦੀ ਹੈ? ਤਾਂ ਇਹਦੇ ਚ ਆਪਸ਼ਨਸ ਦਿੱਤੀਆਂ ਹੋਈਆਂ ਨੇ ਗੋਲਡ, ਪੀਪਲ ਆਫ ਅ ਕੰਟਰੀ, ਮਾਈਗ੍ਰੈਂਟਸ ਜਾਂ ਫਿਰ ਰਿਫਿਊਜੀਜ਼। ਠੀਕ ਹੈ, ਤਾਂ ਰਾਈਟ ਆਨਸਰ ਜਿਹੜਾ ਹੈ ਉਹ ਹੈ ਪੀਪਲ ਆਫ ਅ ਕੰਟਰੀ। ਜਿਹੜੇ ਉੱਥੋਂ ਦੇ ਲੋਕ ਨੇ ਉਸ ਕੰਟਰੀ ਦੇ, ਉਹ ਨੇਸ਼ਨ, ਉਹ ਆਪਣੇ ਕੰਟਰੀ ਨੂੰ, ਆਪਣੇ ਨੇਸ਼ਨ ਨੂੰ ਗ੍ਰੇਟਰ ਐਂਡ ਸਟਰੋਂਗਰ ਬਣਾਉਂਦੇ ਨੇ, ਨਾ ਕਿ ਗੋਲਡ, ਨਾ ਕਿ ਮਾਈਗ੍ਰੈਂਟਸ, ਨਾ ਹੀ ਰਿਫਿਊਜੀਜ਼। ਦ ਪੀਪਲ ਆਫ ਅ ਕੰਟਰੀ ਇਟਸ ਅ ਮੇਕ nation greater and stronger. Next question, the continent that has the highest growth rate of population, ਉਹ ਕਿਹੜਾ continent ਹੈ ਜਿਹਦੀ ਜਿਹੜੀ population ਦੀ growth ਹੈ ਉਹ ਸਭ ਤੋਂ ਜ਼ਿਆਦਾ ਹੈ? The options are Africa, South American continent, C it's Asia, and D North America. Which continent had the highest growth rate? The right answer is African continent. Option A is right. ਜਿਹੜਾ ਅਫਰੀਕਾ ਕੰਟੀਨੈਂਟ ਹੈ ਉੱਥੇ ਸਭ ਤੋਂ ਜ਼ਿਆਦਾ ਗਰੋਥ ਹੈ ਪੋਪੂਲੇਸ਼ਨ ਦੇ ਵਿੱਚ, ਮੀਨਸ ਉੱਥੇ ਬਰਥ ਰੇਟ ਬਹੁਤ ਜ਼ਿਆਦਾ ਹੈ ਐਜ਼ ਕੰਪੇਅਰ ਟੂ ਅਦਰ ਨੇਸ਼ਨਸ, ਅਦਰ ਕੰਟੀਨੈਂਟਸ। ਕੁਐਸਚਨ, ਪੈਟਰਨਸ ਆਫ ਪੋਪੂਲੇਸ਼ਨ ਡਿਸਟ੍ਰੀਬਿਊਸ਼ਨ ਐਂਡ ਡੈਂਸਿਟੀ ਹੈਲਪ ਅਸ ਟੂ ਅੰਡਰਸਟੈਂਡ ਵਿਚ ਕਰੈਕਟਰਿਸਟਿਕਸ ਆਫ ਐਨ ਏਰੀਆ। ਜਿਹੜੇ ਪੋਪੂਲੇਸ਼ਨ ਦੇ ਪੈਟਰਨਸ ਨੇ, ਉਹਦੀ ਡਿਸਟ੍ਰੀਬਿਊਸ਼ਨ ਹੈ, ਉਹਦੀ ਡੈਂਸਿਟੀ ਹੈ, ਉਹ ਆਪਾਂ ਨੂੰ ਕੀ ਸਮਝਣ ਦੇ ਲਈ ਜਿਹੜੀ ਹੈਗੀ ਹੈ ਉਹ ਬੇਸ ਪ੍ਰੋਵਾਈਡ ਕਰਦੀ ਹੈ। ਤਾਂ ਆਪਸ਼ਨਸ ਦੇਖਦੇ ਹਾਂ ਕੀ ਆ। ਇਟਸ ਅ ਡਿਸਸੈਂਟਰਲਾਈਜੇਸ਼ਨ, ਡਿਸਟ੍ਰੀਬਿਊਸ਼ਨ, ਡੈਮੋਗ੍ਰਾਫਿਕ ਐਂਡ ਡੈਂਸਿਟੀ। ਕਿਹੜਾ ਕਰੈਕਟਰਿਸਟਿਕਸ ਜਿਹੜਾ ਹੈ ਉਹ ਆਪਾਂ ਨੂੰ ਸਮਝਣ ਦੇ ਲਈ ਅੰਡਰਸਟੈਂਡ ਦਾ ਹੈਲਪ ਐਂਡ ਡਿਸਟ੍ਰੀਬਿਊਸ਼ਨ। ਠੀਕ ਹੈ, ਡਿਸਟ੍ਰੀਬਿਊਸ਼ਨ ਤੇ ਡੈਂਸਿਟੀ ਨੂੰ ਸਮਝਣ ਦੇ ਲਈ ਇੰਪੋਰਟੈਂਟ ਹੈ। ਤਾਂ ਉਹ ਆਪਣੇ ਕੋਲ, ਅਗਰ ਆਪਾਂ ਪੋਪੂਲੇਸ਼ਨ ਸਟੱਡੀਜ਼ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇੰਪੋਰਟੈਂਟ ਹੈ ਪੋਪੂਲੇਸ਼ਨ, ਕਿਉਂਕਿ ਪੋਪੂਲੇਸ਼ਨ ਸਟੱਡੀਜ਼ ਨੂੰ ਆਪਾਂ ਪੜ੍ਹਦੇ ਹਾਂ ਐਜ਼ ਅ ਡੈਮੋਗ੍ਰਾਫਿਕ, ਐਂਡ ਡੈਮੋਗ੍ਰਾਫੀ ਦੇ ਵਿੱਚ ਕੀ ਆਉਂਦਾ ਤੁਹਾਡੀ ਡਿਸਟ੍ਰੀਬਿਊਸ਼ਨ ਆਫ ਪੋਪੂਲੇਸ਼ਨ, ਡੈਂਸਿਟੀ, ਸੈਕਸ ਰੇਸ਼ੋ। So these are the main things that under the demographic characteristics of a area। ਤਾਂ ਇਹ ਹੈਲਪ ਕਰਦਾ ਆਪਾਂ ਨੂੰ ਅੰਡਰਸਟੈਂਡ ਕਰਨ ਦੇ ਡੈਮੋਗ੍ਰਾਫੀ ਨੂੰ ਕਿਸੇ ਪਰਟੀਕੂਲਰ ਏਰੀਆ ਦੇ। ਨੈਕਸਟ ਕੁਐਸਚਨ, the 10 most populous countries of the world account what percentage of the world total population? ਹੁਣ ਕੁਐਸਚਨ ਕੀ ਹੈ, 10 ਮੋਸਟ ਪੋਪੂਲਸ ਕੰਟਰੀਜ਼ ਨੇ ਜਿਹੜੀਆਂ ਵਰਲਡ ਦੀਆਂ, ਉਹ ਕਿੰਨੇ ਪਰਸੈਂਟ ਕੰਟਰੀਬਿਊਟ ਕਰਦੇ ਨੇ ਵਰਲਡ ਦੀ ਪੋਪੂਲੇਸ਼ਨ ਦੇ ਵਿੱਚ? ਤਾਂ 10 ਕੰਟਰੀਜ਼ ਨੇ, ਇਹ ਗ੍ਰਾਫ ਦੇ ਉੱਪਰ ਦਿੱਤਾ ਹੋਇਆ ਤੁਹਾਡੇ, ਹੈ ਨਾ। ਤੇ ਉਹ ਕਿਹੜੀਆਂ 10 ਕੰਟਰੀਜ਼ ਨੇ? ਵਿੱਚ ਇੰਡੀਆ, ਚਾਈਨਾ, ਅਮਰੀਕਾ, ਬ੍ਰਾਜ਼ੀਲ, USA, ਹੈ ਨਾ। ਤਾਂ ਇਹ ਸਾਰੀਆਂ ਕੰਟਰੀਜ਼ ਨੇ ਜਿਹੜੀਆਂ ਲਿਸਟ ਦੇ ਵਿੱਚ ਦਿੱਤੀਆਂ ਹੋਈਆਂ ਨੇ, ਉਹ 10 ਇੰਪੋਰਟੈਂਟ ਕੰਟਰੀਜ਼ ਨੇ, ਮੋਸਟ ਪੋਪੂਲਸ ਕੰਟਰੀਜ਼ ਨੇ। ਬੰਗਲਾਦੇਸ਼ ਵੀ ਉਹਦੇ ਵਿੱਚ, ਪਾਕਿਸਤਾਨ ਵੀ ਹੈ, ਨਾਈਜੀਰੀਆ ਵੀ ਹੈ ਨਾ। ਇਹ ਕੰਟਰੀਜ਼ ਨੇ। ਤਾਂ ਇਹ ਕਿੰਨੇ ਪਰਸੈਂਟ ਜਿਹੜਾ ਵਰਲਡ ਦਾ ਪੋਪੂਲੇਸ਼ਨ ਕਲੈਕਟਿਵਲੀ ਜਿਹੜੀ ਹੈ ਉਹ ਕਰਦੀਆਂ ਨੇ? ਤਾਂ ਇੱਥੇ ਰਾਈਟ ਆਨਸਰ ਹੋਏਗਾ ਆਪਸ਼ਨ A 60%। ਤਾਂ ਵਰਲਡ ਦੀ ਜਿਹੜੀ 60% ਪੋਪੂਲੇਸ਼ਨ ਆ ਉਹ ਇਹਨਾਂ 10 ਕੰਟਰੀਜ਼ ਦੇ ਵਿੱਚ ਰਹਿੰਦੀ ਹੈ। ਇਹ ਲਿਸਟ ਤੁਹਾਡੀ ਬੁੱਕ ਦੇ ਵਿੱਚ ਮੈਂਸ਼ਨ ਹੈ ਪਰਟੀਕੂਲਰ, ਬਾਕੀ ਥਿਊਰੀ ਪਾਰਟ ਦੇ ਵਿੱਚ ਮੈਂ ਇਹਨੂੰ ਮੈਂਸ਼ਨ ਦੁਬਾਰਾ ਕਰ ਵੀ ਦਿਆਂਗਾ ਨਾ, ਇਹਨੂੰ ਕਲੈਰੀਫਾਈ ਵੀ ਕਰ ਦਿਆਂਗਾ। ਨੈਕਸਟ ਕੁਐਸਚਨ, ਦ ਰੇਸ਼ੀਓ ਆਫ ਡੈਂਸਿਟੀ ਆਫ ਪੋਪੂਲੇਸ਼ਨ ਇਜ਼ ਮੈਜ਼ਰਡ। ਹੁਣ ਆਪਾਂ ਜਿਹੜੀ ਰੇਸ਼ੋ ਹੈ ਆਫ ਡੈਂਸਿਟੀ, ਤਾਂ ਡੈਂਸਿਟੀ ਨੂੰ ਆਪਾਂ ਕਿਹੜੇ ਮੈਥਡ ਦੇ ਨਾਲ, ਕਿਹੜੇ ਫਾਰਮੂਲੇ ਦੇ ਨਾਲ ਮੈਜ਼ਰ ਕਰਦੇ ਹਾਂ, ਉਹਦਾ ਉਹਨਾਂ ਨੇ ਕੁਐਸਚਨ ਦਿੱਤਾ। ਆਪਸ਼ਨ ਦੇਖਦੇ ਹਾਂ, ਪਰਸਨ ਪਰ ਸਕੁਅਰ ਕਿਲੋ,
person per square mile, person per square kilometer, person per hectare and person per 100 ਕਿਲੋਮੀਟਰ ਏਰੀਆ। ਤਾਂ ਇੱਥੇ ਆਪਾਂ ਗੱਲ ਕਰਦੇ ਹਾਂ ਡੈਂਸਿਟੀ ਦੀ, ਕਿ ਉਹਨੂੰ ਆਪਾਂ ਕਿੱਦਾਂ ਮੇਜ਼ਰ ਕਰਦੇ ਹਾਂ, ਕਿੱਦਾਂ ਉਹਨੂੰ ਕੈਲਕੂਲੇਟ ਕਰਦੇ ਹਾਂ ਡੈਂਸਿਟੀ ਨੂੰ। ਤਾਂ ਇੱਥੇ ਆਪਸ਼ਨਸ ਨੇ ਤੁਹਾਡੇ ਕੋਲੇ। ਹੁਣ ਮੋਸਟਲੀ ਜਿਹੜਾ ਮੈਥਡ ਹੈ ਉਹ ਫੋਲੋ ਕੀਤਾ ਜਾਂਦਾ ਆਪਸ਼ਨ ਬੀ। ਬੀ ਇਜ਼ ਅ ਰਾਈਟ ਆਨਸਰ ਹੈ, ਕਿਉਂਕਿ ਆਪਾਂ ਪੋਪੂਲੇਸ਼ਨ ਨੂੰ ਜਿਹੜੀ ਡੈਂਸਿਟੀ ਨੂੰ ਜਦੋਂ ਮੇਜ਼ਰ ਕਰਨਾ ਹੁੰਦਾ ਤਾਂ ਆਪਾਂ ਪਰਸਨ ਪਰ ਕਿਲੋਮੀਟਰ ਏਰੀਆ ਨੂੰ ਮੇਜ਼ਰ ਕਰਦੇ ਹਾਂ। ਠੀਕ ਹੈ, ਬਾਕੀ ਪੈਨ ਐਂਡ ਨੋਟਬੁੱਕ ਆਪਣੇ ਕੋਲ ਰੱਖੋ ਫॉर ਸੈਲਫ ਇਵੈਲੂਏਸ਼ਨ, ਕਿਉਂਕਿ ਇੱਥੇ ਤੁਸੀਂ ਰਿਵਾਈਜ਼ ਤਾਂ ਕਰ ਹੀ ਰਹੇ ਹੋ ਕੁਐਸਚਨ ਨੂੰ, ਬਟ ਇਹ ਸੈਲਫ ਇਵੈਲੂਏਸ਼ਨ ਲਈ ਵੀ ਇੰਪੋਰਟੈਂਟ ਹੈ। ਤੁਸੀਂ ਸੈਲਫ ਇਵੈਲੂਏਸ਼ਨ ਲਈ ਸਾਰੀਆਂ ਆਪਸ਼ਨਸ ਨੂੰ ਮਾਰਕ ਕਰੋਗੇ ਪਹਿਲਾਂ ਖੁਦ ਤੋਂ, ਦੈਨ ਕੰਪੇਅਰ ਵਿਦ ਦ ਆਨਸਰ ਕੀ। ਠੀਕ ਹੈ, ਕਿ ਆਨਸਰ ਕੀ ਦੇ ਵਿੱਚ ਮੇਰੇ ਜਿਹੜੇ ਕੁਐਸਚਨਸ ਨੇ ਉਹ ਕਿੰਨੇ ਰਾਈਟ ਨੇ। ਓਕੇ, ਨੈਕਸਟ ਕੁਐਸਚਨ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਪੁਸ਼ ਫੈਕਟਰ। ਹੁਣ ਪੋਪੂਲੇਸ਼ਨ ਦੇ ਵਿੱਚ ਤੁਹਾਡੇ ਪੁਸ਼ ਫੈਕਟਰਸ ਨੇ, ਪੁੱਲ ਫੈਕਟਰਸ ਨੇ, ਤਾਂ ਉਹਨਾਂ ਵਿੱਚੋਂ ਨੀਚੇ ਜਿਹੜੀਆਂ ਆਪਸ਼ਨਸ ਫੈਕਟਰ ਦਿੱਤੇ ਹੋਏ ਨੇ ਉਹਨਾਂ ਦੇ ਵਿੱਚੋਂ ਕਿਹੜਾ ਫੈਕਟਰ ਜਿਹੜਾ ਹੈ ਇਟਸ ਅ ਨਾਟ ਏ ਪੁਸ਼ ਫੈਕਟਰ। ਹੁਣ ਕੁਐਸਚਨ ਨੂੰ ਕੇਅਰਫੁਲੀ ਇੱਥੇ ਸਟੱਡੀ ਕਰਨਾ। ਪਹਿਲਾਂ ਨਾਟ ਏ ਪੁਸ਼ ਪੁੱਛਿਆ ਉਹਨਾਂ ਨੇ, ਨਾਟ ਏ ਪੁਸ਼ ਫੈਕਟਰ। ਤਾਂ ਵਾਟਰ ਸ਼ਾਰਟੇਜ ਹੈ, अनएम्प्लॉयमेंट है, मेडिकल फैसिलिटीज है या एपिडेमिक्स ने। ठीक है, तो इन विचों which one of the following is not a push factor? The right answer is the medical facilities. Medical facilities are not a push factor, these are the pull factors। ਹੁਣ ਇਹ ਨੈਗੇਟਿਵ ਪੋਜ਼ਿਟਿਵ ਦੋਨਾਂ 'ਚ ਹੀ ਹੋ ਸਕਦਾ ਹੈ ਨਾ। ਅੱਛੀਆਂ ਮੈਡੀਕਲ ਫੈਸਿਲਿਟੀਜ਼ ਨੇ ਉਹ ਕੀ ਕਰਦੀਆਂ ਨੇ, ਉਹ ਪੁੱਲ ਕਰਦੀਆਂ ਨੇ ਆਪਣੇ ਵੱਲ, ਨਾਟ ਅ ਪੁਸ਼। ਓਕੇ, next, which of the following is not a pull factor? Then options are water shortage, employment, medical facilities and education facilities। which is not a pull factor? ਇੱਥੇ ਹੁਣ ਦੇਖੋ push ਸੀ ਪਹਿਲਾਂ ਆਪਾਂ ਕੁਐਸਚਨ ਚ ਕੀਤਾ, ਇਹ pull factor ਹੈ, it's a no pull factor। ਤਾਂ right answer ਹੈ water shortage, not a pull factor। ठीक है, तो water shortage ਹੈ ਜਿਹੜੀ ਉਹ pull factor ਨਹੀਂ ਹੈ। ठीक है, medical facilities ਹੋ ਸਕਦੀਆਂ ਨੇ, ਕੋਈ ਏਰੀਆ ਤੁਹਾਨੂੰ ਆਪਣੇ ਵੱਲ ਖਿੱਚਦਾ, ਉਹ ਆਪਣੇ ਹੈ ਆਪਣੇ ਪੁੱਲ। ਠੀਕ ਹੈ, ਉਹ ਮੀਨਸ ਹੀ ਤੁਹਾਨੂੰ ਪੁੱਲ ਕਰ ਰਿਹਾ। ਤਾਂ ਵਾਟਰ ਸ਼ਾਰਟੇਜ ਹੈ, ਅਨਐਮਪਲੋਇਮੈਂਟ ਹੈ, ਮੈਡੀਕਲ ਫੈਸਿਲਿਟੀਜ਼ ਹੈ, ਐਜੂਕੇਸ਼ਨ ਫੈਸਿਲਿਟੀਜ਼ ਨੇ। ਤਾਂ ਵਾਟਰ ਸ਼ਾਰਟੇਜ ਇਜ਼ ਨਾਟ ਏ ਪੁੱਲ ਫੈਕਟਰ। ਵਿਚ ਆਫ ਦ ਫੋਲੋਇੰਗ ਜਿਓਗ੍ਰਾਫਿਕਲ ਫੈਕਟਰ ਇਨਫਲੂਐਂਸ ਦ ਪੋਪੂਲੇਸ਼ਨ? ਤਾਂ ਪੋਪੂਲੇਸ਼ਨ ਨੂੰ ਕਿਹੜਾ ਜਿਓਗ੍ਰਾਫਿਕਲ ਜਿਹੜਾ फैक्टर है वो इन्फ्लुएंस करता है? इट्स लैंड फॉर्म्स, अवेलेबिलिटी ऑफ वाटर, क्लाइमेट एंड ऑल ऑफ द अबव। सो जियोग्राफिकल फैक्टर्स भी आप जो गल करते हैं आई थिंक सो ऑल आर द राइट हेयर। ओके, ऑल ऑफ दीज आर राइट बिकॉज ऑल आर द जियोग्राफिकल, पर सारे ही जियोग्राफिकल फैक्टर्स ने, ये सारे इन्फ्लुएंस करते हैं पॉपूलेशन नू, अट्रैक्ट करते हैं। लैंड फॉर्म्स, ਅਵੇਲੇਬਿਲਿਟੀ ਆਫ ਵਾਟਰ, ਕਲਾਈਮੇਟ, ਅੱਛਾ ਕਲਾਈਮੇਟ ਹੈ ਆਪਾਂ ਉੱਥੇ ਲਿਵਿੰਗ ਲਈ ਸੋਚਦੇ ਹਾਂ, ਦੈਨ ਵਾਟਰ ਦੀ ਅਵੇਲੇਬਿਲਿਟੀ ਬਹੁਤ ਹੈ ਉੱਥੇ ਆਪਾਂ ਦੇਖਦੇ ਹਾਂ। ਲੈਂਡ ਫॉर्म्स ਠੀਕ ਹੈ ਮੇਨਲੀ ਪ੍ਰੈਫਰ ਕੀਤਾ ਜਾਂਦਾ ਪਲੇਨ ਏਰੀਆਜ਼। these all are the geographical factors। okay, which one of the following economic फैक्टर इन्फ्लुएंस द पॉपूलेशन? ਹੁਣ ਪਹਿਲਾਂ ਜੀਓਗ੍ਰਾਫਿਕਲ ਫੈਕਟਰ ਸੀ, ਹੁਣ ਇਕਨੋਮਿਕਲ ਫੈਕਟਰਸ ਨੇ ਜਿਹੜੇ ਇਨਫਲੂਐਂਸ ਕਰਦੇ ਨੇ। ਤਾਂ ਆਪਸ਼ਨਸ ਆਰ ਅਰਬਨਾਈਜੇਸ਼ਨ, ਇੰਡਸਟਰੀਅਲਾਈਜੇਸ਼ਨ, ਬੋਥ ਏ ਐਂਡ ਬੀ, ਨਨ ਆਫ ਥੀਸ। ਤਾਂ ਇਕਨੋਮਿਕ ਫੈਕਟਰ ਨੂੰ ਧਿਆਨ 'ਚ ਰੱਖਣਾ ਹੈ। ਅਰਬਨਾਈਜੇਸ਼ਨ ਇਕਨੋਮਿਕ ਫੈਕਟਰ ਹੈ, ਇੰਡਸਟਰੀਅਲਾਈਜੇਸ਼ਨ ਇਜ਼ ਇਕਨੋਮਿਕ ਫੈਕਟਰ। ਤਾਂ ਹੇਅਰ ਬੋਥ ਏ ਐਂਡ ਬੀ ਆਰ ਦਾ ਰਾਈਟ ਆਨਸਰ, ਬਿਕॉज ਦੋਨੋਂ ਹੀ ਇਕੋਨਮੀ ਨਾਲ ਰਿਲੇਟਡ ਨੇ, ਤਾਂ ਦੋਨੋਂ ਹੀ ਇਨਫਲੂਐਂਸ ਕਰਦੇ ਨੇ ਪੋਪੂਲੇਸ਼ਨ ਨੂੰ ਆਪਣੀ ਤਰਫ। okay, so these both are the right answers, A and B। okay, what are the components of population change? ਹੁਣ population change ਹੁੰਦੀ ਹੈ ਉਹਦੇ ਕਿਹੜੇ ਕਿਹੜੇ components ਨੇ? ਤਾਂ options ਨੇ climate and minerals, option B birth rate, death rate and migration, landforms या time। which what are the component of population change? population ਨੂੰ change ਕਰਨ ਦੇ ਲਈ ਮੇਨ 3 ਫੈਕਟਰਸ ਹੀ ਨੇ ਆਪਣੇ ਕੋਲ, यही 3 कंपोनेंट्स होंगे ने, कितना बर्थ रेट है, डेथ रेट कितना है, देन माइग्रेशन, इन माइग्रेशन एंड आउट माइग्रेशन। तो ऑप्शन बी इज द राइट आंसर हेयर, दैट इज द मेन कंपोनेंट ऑफ पॉपुलेशन चेंज। क्लाइमेट नाल पॉपुलेशन ते इंपैक्ट होंदा बट चेंज कोई नहीं है, इट्स अ नॉट अ कंपोनेंट ऑफ चेंज। बर्थ दे नाल चेंज हो सकता है, डेथ दे नाल चेंज हो सकता है, माइग्रेशन दे नाल चेंज हो सकता है, इन या आउट दे नाल। बट जिहड़ा है लैंडफॉर्म, टाइम, क्लाइमेट,
एक किसी भी तरह ਦੇ ਨਾਲ ਜਿਹੜਾ ਹੈ ਉਹ ਕੰਪੋਨੈਂਟ ਨਹੀਂ ਹੋ ਸਕਦਾ ਪੋਪੂਲੇਸ਼ਨ ਚੇਂਜ ਦੇ ਵਿੱਚ, ਤਾਂ ਆਪਸ਼ਨ ਬੀ ਇਜ਼ ਅ ਰਾਈਟ ਆਨਸਰ ਹੈ। Population increase by the difference between birth rate and deaths in a particular region between 2 point of time. Population increased by the difference ਬਿਟਵੀਨ, ਹੁਣ ਇਨਕਰੀਜ਼ ਕੀ ਹੁੰਦਾ ਪਾਪੂਲੇਸ਼ਨ ਦਾ ਕੁਐਸਚਨ ਅਗਰ ਹਿੰਦੀ 'ਚ ਦੇਖੀਏ ਜਾਂ ਪੰਜਾਬੀ ਦੇ ਵਿੱਚ ਦੇਖੀਏ ਤਾਂ ਉਹ ਕੀ ਹੈ, ਪਾਪੂਲੇਸ਼ਨ ਇਨਕਰੀਜ਼ ਕੀ ਹੈ, ਉਹ ਕਹਿੰਦੇ ਉਹ ਹੈ ਬਰਥ ਤੇ ਡੈਥ ਦੇ ਵਿੱਚ ਚੇਂਜ ਆਉਣਾ, ਡਿਫਰੈਂਸ ਹੋ ਜਾਣਾ ਬਿਟਵੀਨ 2 ਪੁਆਇੰਟ ਆਫ ਟਾਈਮ, ਇੱਕ ਸਾਲ ਦੇ ਵਿੱਚ 6 ਮਹੀਨੇ ਦੇ ਵਿੱਚ ਕਿੰਨਾ ਚੇਂਜ ਹੋ ਗਿਆ, ਤਾਂ ਉਹ ਆਪਣਾ ਜਿਹੜਾ ਹੈ ਉਹ ਕੀ ਹੈ, ਉਹ ਡਿਫਰੈਂਸ ਹੈ, ਇਨਕਰੀਜ਼ ਹੈ ਪਾਪੂਲੇਸ਼ਨ ਦੇ ਵਿੱਚ। ਠੀਕ ਹੈ, ਇਹਨੂੰ ਆਪਾਂ ਕੀ ਬੋਲਦੇ ਹਾਂ, it's a growth of population, it's a natural growth of population, it's a positive growth of population, yeah, option D is a negative growth of population. Population increased by difference between birth and deaths in a particular region between 2 point of time. The option ਜਿਹੜੀ ਰਾਈਟ ਹੈ ਉਹ ਹੈ ਨੈਚੁਰਲ ਗਰੋਥ, ਕਿ ਇੱਕ ਪਾਰਟਿਕੂਲਰ ਟਾਈਮ ਦੇ ਵਿੱਚ ਬਰਥ ਰੇਟ ਤੇ ਡੈਥ ਰੇਟ ਦੇ ਵਿੱਚ ਜੋ ਵੀ ਚੇਂਜਸ ਆਏ ਨੇ ਉਹ ਕੀ ਨੇ, ਉਹ ਨੈਚੁਰਲ ਗਰੋਥ ਆਫ ਪਾਪੂਲੇਸ਼ਨ। Okay, next question. What can be expressed as number of live births in a year per thousand of population? एक साल ਦੇ ਵਿੱਚ number of live births in a per thousand of population, 1000 population ਦੇ ਪਿੱਛੇ ਜਿਹੜੇ ਲਾਈਫ ਬਰਥਸ ਹੋਏ ਨੇ, ਬਿਕੋਜ਼ ਸਮਟਾਈਮ ਜਿਹੜੀ ਹੈ ਉਹ ਬਰਥ ਦੇ ਟਾਈਮਸ ਡੈਥ ਵੀ ਹੋ ਜਾਂਦੀਆਂ ਨੇ, ਤਾਂ ਉਹਨਾਂ ਨੂੰ ਆਪਾਂ ਲਾਈਫ ਬਰਥ ਦੇ ਵਿੱਚ ਕੰਸੀਡਰ ਨਹੀਂ ਕਰਦੇ, ਦੈਟ ਆਲ ਅੰਡਰ ਦਾ ਜੋ ਸਰਵਾਈਵ ਕਰਦੇ ਨੇ, ਦੀਜ਼ ਆਰ ਦਾ ਨੰਬਰ ਆਫ ਲਾਈਫ ਬਰਥਸ ਇਨ ਏ ਈਅਰ, ਤਾਂ ਉਹ ਬਰਥ ਰੇਟ ਹੈ। ਆਪਸ਼ਨ ਬੀ ਇਟਸ ਅ ਲਾਈਫ ਬਰਥ ਰੇਟ ਹੈ, ਇਟਸ ਅ ਸੀ ਇਟਸ ਅ ਮਿਡ ਈਅਰ ਪੋਪੂਲੇਸ਼ਨ ਹੈ, ਜਾਂ ਆਪਸ਼ਨ ਡੀ ਇਟਸ ਅ ਕ੍ਰਿਊਡ ਬਰਥ ਰੇਟ ਹੈ। ਤਾਂ ਆਪਸ਼ਨ ਦੇ ਵਿੱਚ ਦੇਖਣਾ ਹੈ ਕਿ ਕਿਹੜਾ ਆਪਸ਼ਨ ਜਿਹੜਾ ਉਹ ਐਕਸਪ੍ਰੈਸਡ ਕਰਦਾ ਹੈ ਨੰਬਰ ਆਫ ਲਾਈਫ ਬਰਥਸ ਨੂੰ ਇਨ ਪਰ 1000 ਪਾਪੂਲੇਸ਼ਨ, ਤਾਂ ਇਹ ਹੈ ਆਪਣੇ ਕੋਲ ਕ੍ਰਿਊਡ ਬਰਥ ਰੇਟ। ਕ੍ਰਿਊਡ ਬਰਥ ਰੇਟ ਕਿ ਜਿਹੜਾ ਐਕਚੁਅਲ ਦੇ ਵਿੱਚ ਬਰਥ ਹੋਏ ਨੇ, ਲਾਈਫ ਬਰਥ ਹੋਏ ਨੇ, ਜਿੰਦਾ ਬਰਥ ਹੋਏ ਨੇ, ਉਹਨਾਂ ਦੀ ਜਿਹੜੀ ਹੈ ਐਕਸਪ੍ਰੈਸਡ ਕਰਨ ਦੇ ਲਈ ਆਪਾਂ ਵਰਡ ਯੂਜ਼ ਕਰਦੇ ਹਾਂ ਕ੍ਰਿਊਡ ਬਰਥ ਰੇਟ। ਓਕੇ, ਵਿਚ ਆਫ ਦ ਫੋਲੋਇੰਗ ਫੈਕਟਰ ਇਨਫਲੂਐਂਸ ਮਾਈਗ੍ਰੇਸ਼ਨ? ਹੁਣ ਮਾਈਗ੍ਰੇਸ਼ਨ ਹੁੰਦੀ ਹੈ, ਮਾਈਗ੍ਰੇਸ਼ਨ ਨੂੰ ਕੌਣ ਇਨਫਲੂਐਂਸ ਕਰਦਾ ਹੈ, ਕਿਹੜੇ ਕਿਹੜੇ ਫੈਕਟਰ ਨੇ ਜਿਹੜੇ ਉਹਨੂੰ ਇਨਫਲੂਐਂਸ ਕਰਦੇ ਨੇ ਮਾਈਗ੍ਰੇਸ਼ਨ? ਹੁਣ ਮਾਈਗ੍ਰੇਸ਼ਨ ਤੁਸੀਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਅਦਰ ਸਟੇਟਸ ਤੋਂ ਮਾਈਗ੍ਰੇਸ਼ਨ ਹੋ ਰਹੀ ਹੈ, ਪੰਜਾਬ ਦੇ ਵਿੱਚੋਂ ਕੈਨੇਡਾ ਲਈ ਜਾਂ ਦੂਸਰੇ ਡਿਵੈਲਪਡ ਕੰਟਰੀਜ਼ ਲਈ, USA ਲਈ, ਆਸਟ੍ਰੇਲੀਆ ਲਈ ਮਾਈਗ੍ਰੈਂਟਸ ਹੋ ਰਹੀ ਹੈ, ਤਾਂ ਉਹਦੇ ਲਈ ਕਿਹੜੇ ਫੈਕਟਰਸ ਜਿਹੜੇ ਨੇ ਉਹ ਰਿਸਪੌਂਸਿਬਲ ਹੁੰਦੇ ਨੇ? ਠੀਕ ਹੈ, ਤਾਂ ਆਪਸ਼ਨਸ ਆਰ it's a push factor, it's employment, it's a pull factor or all of the above। ਤਾਂ ਕਿਹੜੇ ਫੈਕਟਰਸ ਜਿਹੜੇ ਇਨਫਲੂਐਂਸ ਹੁੰਦੇ ਨੇ, ਤਾਂ ਇਹਦੇ ਵਿੱਚ ਆਪਸ਼ਨ all of the above is the right answer। ਪੁਸ਼ ਫੈਕਟਰਸ ਵੀ ਹੋ ਸਕਦੇ ਨੇ, ਕੁਝ ਪੁੱਲ ਫੈਕਟਰ ਵੀ ਹੋ ਸਕਦੇ ਨੇ, ਇੰਪਲੋਇਮੈਂਟ ਵੀ ਹੋ ਸਕਦੀ ਹੈ। ਠੀਕ ਹੈ, ਦਾ ਮੇਨ ਰੀਜ਼ਨ ਜਿਹੜੇ ਨੇ ਉਹ ਪੁੱਲ ਐਂਡ ਪੁਸ਼ ਫੈਕਟਰ included employment, because ਉਹ ਵੀ pull and push ਦੇ ਵਿੱਚ ਹੀ consider ਹੋ ਜਾਂਦਾ ਹੈ। then option D is the right answer here, all of the following factor influence the migration। okay, next question, which theory can be used to describe and predict the future population of an area? ਕਿਸੇ ਵੀ ਏਰੀਆ ਦੀ future population ਨੂੰ predict ਕਰਨ ਦੇ ਲਈ, ਉਹਦਾ ਅਨੁਮਾਨ ਲਗਾਉਣ ਦੇ ਲਈ ਕਿਹੜੀ ਥਿਊਰੀ ਜਿਹੜੀ ਹੈ ਉਹ ਦਿੱਤੀ ਜਾਂਦੀ, ਕਿਹੜੀ ਥਿਊਰੀ ਨੂੰ ਯੂਜ਼ ਕੀਤਾ ਜਾਂਦਾ ਹੈ? ਇਟਸ ਅ ਟ੍ਰਾਂਜ਼ਿਸ਼ਨਰੀ ਥਿਊਰੀ, ਇਟਸ ਅ ਰੀਪਰੋਡਕਟੇਸ਼ਨ, ਇੰਡਸਟਰੀਅਲਾਈਜ਼ ਔਰ ਡੈਮੋਗ੍ਰਾਫਿਕ ਟ੍ਰਾਂਜੀਸ਼ਨ। ਵੈਰੀ ਸਿੰਪਲ ਆਨਸਰ ਹੈ। ਅਗਰ ਤੁਸੀਂ ਥੋੜ੍ਹਾ ਜਿਹਾ ਵੀ ਪਾਪੂਲੇਸ਼ਨ ਚੈਪਟਰ ਨੂੰ ਥੋਰਲੀ ਪੜ੍ਹਿਆ ਤਾਂ ਉਹਦੇ ਵਿੱਚ ਤੁਹਾਡੀ ਇੱਕੋ ਹੀ ਥਿਊਰੀ ਹੈ ਪਾਪੂਲੇਸ਼ਨ ਰਿਲੇਟਡ, ਦੈਟ ਇਜ਼ ਡੈਮੋਗ੍ਰਾਫਿਕ ਟ੍ਰਾਂਜੀਸ਼ਨ ਥਿਊਰੀ। Demographic transition theory is used to describe and predict the future population of area, ਜਿਹਦੇ ਵਿੱਚ ਤੁਹਾਡੇ ਡਿਵੈਲਪ ਕੰਟਰੀਜ਼ ਦੇ ਵਿੱਚ, ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਆਪਾਂ ਪ੍ਰੈਡਿਕਸ਼ਨ ਕਰਦੇ ਹਾਂ ਕਿ ਪਾਪੂਲੇਸ਼ਨ ਦੀ ਜਿਹੜਾ ਫਿਊਚਰ ਪਾਪੂਲੇਸ਼ਨ ਆ ਉਹ ਕਿੱਦਾਂ ਦੀ ਹੋਏਗੀ। ਤਾਂ ਦੈਟਸ ਦ ਰਾਈਟ ਆਨਸਰ ਇਜ਼ ਆਪਸ਼ਨ ਡੀ, ਇਟਸ ਅ ਡੈਮੋਗ੍ਰਾਫਿਕ ਟ੍ਰਾਂਜਿਸ਼ਨ theory। okay, the country have lowest growth rate of population। the country, ਹੁਣ ਆਪਸ਼ਨਸ ਨੇ ਨੀਚੇ, ਕਿਹੜੀ ਕੰਟਰੀ ਦੇ ਵਿੱਚ ਲੋਐਸਟ ਗਰੋਥ ਰੇਟ ਹੈ ਪਾਪੂਲੇਸ਼ਨ ਦਾ? ਇਟਸ ਅ ਰੀਜਨ, ਇਟਸ ਅ ਕੋਬੇ ਓਸਾਕਾ ਰੀਜਨ, ਯੋਕਾਹਾਮਾ, ਟੋਕੀਓ ਐਂਡ ਅਨੀਮੀ। ਠੀਕ ਹੈ, ਤਾਂ ਦ ਕੰਟਰੀ ਹੈਵਿੰਗ ਲੋਐਸਟ growth rate,
ਕਿਹੜੀ ਕੰਟਰੀ ਦੇ ਵਿੱਚ ਜਿਹੜੀ ਹੈਗੀ ਹੈ, ਇੱਥੇ ਕੰਟਰੀ ਵਰਡ ਨਹੀਂ ਆਊਗਾ, ਵਿਚ ਆਫ ਦ ਫੋਲੋਇੰਗ ਰੀਜਨ ਹੈਵਿੰਗ ਦ ਲੋਐਸਟ ਗਰੋਥ ਰੇਟ। ਤਾਂ ਕਿਹੜੇ ਰੀਜਨ ਦੇ ਵਿੱਚ ਜਿਹੜਾ ਹੈ ਉਹ ਗਰੋਥ ਰੇਟ ਜਿਹੜਾ ਸਭ ਤੋਂ ਲੋਐਸਟ ਹੈ। ਠੀਕ ਹੈ, ਤਾਂ ਇੱਥੇ ਆਪਸ਼ਨ ਜਿਹੜਾ ਹੈ ਤੁਹਾਡੇ ਕੋਲ ਉਹ ਹੈ ਕੋਬਾਸਾਕਾ। ਇਹ ਮੇਨਲੀ ਜਿਹੜੇ ਚਾਰੋਂ ਆਪਸ਼ਨਸ ਨੇ ਇਹ ਜਾਪਾਨ ਦੀਆਂ ਸਿਟੀਜ਼ ਨੇ, ਦ ਸਿਟੀਜ਼ ਆਫ ਜਾਪਾਨ। ਠੀਕ ਹੈ, ਤਾਂ ਉਹਨਾਂ ਦੇ ਵਿੱਚੋਂ ਦੱਸਿਆ ਕਿ ਵਿਚ ਰੀਜਨ ਆਫ ਜਾਪਾਨਸ ਪੋਪੂਲੇਸ਼ਨ ਇਜ਼ ਲੋਐਸਟ growth rate। तो ऑप्शन ए कोबासाका इज द राइट आंसर। ओके, देन इस क्वेश्चन से थोड़ी प्रॉब्लम सी, इट्स अ कंट्री लिखा हुआ सी पहला। ठीक है, द कंट्री हैविंग लोएस्ट ग्रोथ रेट ऑफ पॉपुलेशन, तो ऑप्शन इट्स नॉर्वे। हाँ, ये राइट क्वेश्चन अगर तुसी देखोगे। ऑप्शन ए नॉर्वे, बी इज अ जर्मनी, सी इज ऑस्ट्रेलिया एंड डी इट्स अ लतविया। तो विच कंट्री हैज़ लोएस्ट growth rate of population? The right answer ਜਿਹੜਾ ਹੈ ਉਹ ਤੁਹਾਡਾ ਹੈ ਲਤਵੀਆ। ਲਤਵੀਆ is the country having the lowest growth rate in which of the following countries? ਇਹ ਜਿਹੜੀਆਂ ਕੰਟਰੀਜ਼ ਆਪਸ਼ਨਸ ਦੇ ਵਿੱਚ ਦਿੱਤੀਆਂ ਹੋਈਆਂ ਇਹਨਾਂ ਵਿੱਚੋਂ ਸਭ ਤੋਂ ਘੱਟ ਜਿਹੜੀ ਪੋਪੂਲੇਸ਼ਨ ਲੋਐਸਟ growth rate ਹੈ ਉਹ ਕਿਹੜੇ ਕੰਟਰੀ ਦੀ ਹੈ? ਉਹ ਹੈ ਆਪਸ਼ਨ ਡੀ ਲਤਵੀਆ ਦੀ। ਓਕੇ, ਨੈਕਸਟ ਕੁਐਸਚਨ, what affect the large mortality rate of a region? ਕਿਹੜਾ ਫੈਕਟਰ ਹੈ that is large mortality rate of region, death rate ਦੀ ਗੱਲ ਕਰ ਰਹੇ ਤੇ। social advancement, option B it's demographic structure, option C level of economic development, and D all of these that affect the large mortality rate। ਤਾਂ ਇੱਥੇ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਲ ਆਫ ਦ ਦੀਜ਼। ਸੋਸ਼ਲ ਐਡਵਾਂਸਮੈਂਟ ਵੀ ਹੋ ਸਕਦਾ ਹੈ, ਡੈਮੋਗ੍ਰਾਫਿਕ ਸਟਰਕਚਰਸ ਵੀ ਹੋ ਸਕਦੇ ਨੇ, ਲੈਵਲ ਆਫ ਇਕਨੋਮਿਕ ਡਿਵੈਲਪਮੈਂਟ ਵੀ ਹੋ ਸਕਦਾ ਹੈ। ਠੀਕ ਹੈ, ਤਾਂ ਸਾਰੇ ਜਿਹੜੇ ਨੇ ਲਾਰਜ ਮੋਰਟੈਲਿਟੀ ਰੇਟ ਆਫ ਰੀਜਨ ਦੇ ਫੈਕਟਸ ਨੇ। ਓਕੇ, ਵਟ ਕੈਨ ਬੀ ਡਿਫਾਈਨਡ ਐਜ਼ ਦ ਸਪੇਸਿੰਗ ਔਰ ਪ੍ਰੀਵੈਂਟਿੰਗ ਦ ਬਰਥ ਆਫ ਚਾਈਲਡ? ਸਪੇਸਿੰਗ ਔਰ ਪ੍ਰੀਵੈਂਟਿੰਗ ਦ ਬਰਥ ਆਫ ਚਾਈਲਡ, ਕਿਹੜਾ ਆਪਸ਼ਨ ਜਿਹੜਾ ਉਹ ਡਿਫਾਈਨ ਕਰਦਾ ਹੈ ਸਪੇਸਿੰਗ ਔਰ ਪ੍ਰੀਵੈਂਟਿੰਗ ਦ ਬਰਥ ਆਫ ਚਿਲਡਰਨ? ਫੈਮਿਲੀ ਪਲੈਨਿੰਗ, option D population planning, option D both A and B, and D none of these। ਤਾਂ ਉਹ ਕਿਹੜੀਆਂ ਪ੍ਰੀਵੈਂਸ਼ਨਸ ਨੇ ਜਾਂ ਸਪੇਸਿੰਗਸ ਹੋ ਸਕਦੀਆਂ ਨੇ ਜਿਨ੍ਹਾਂ ਨਾਲ ਆਪਾਂ ਜਿਹੜੀ ਕਿ ਡਿਫਾਈਨ ਕਰਦੀ ਹੈ ਬਰਥ ਰੇਟ ਨੂੰ, ਕਿ ਬਰਥ ਦਾ ਜਿਹੜਾ ਬਰਥ ਆਫ ਚਾਈਲਡ ਹੈ ਉਹਨੂੰ डिफाइन कर रही है। तो फैमिली प्लानिंग है, पॉपुलेशन प्लानिंग है, बोथ आर द सेम थिंग्स, एंड ऑप्शन सी इज द राइट आंसर हियर। बोथ आर defined as a spacing or preventing the birth of children। फैमिली प्लानिंग, ਹੁਣ फैमिली प्लानिंग ਨੂੰ ਤੁਸੀਂ ਦੇਖੋਗੇ ਆਪਸ਼ਨ ਦੇ ਵਿੱਚ ਕਿ फैमिली प्लानिंग इज also under the population planning in major terms। ठीक है, अगर तुसी देखोगे फैमिली प्लानिंग एक पर्टिकुलर रीजन ਲਈ ਆਪਾਂ ਹੋ ਸਕਦੀ ਹੈ, ਇੱਕ ਫੈਮਿਲੀ ਲਈ ਹੋ ਸਕਦੀ ਹੈ, ਬਟ ਪੋਪੂਲੇਸ਼ਨ ਪਲਾਨਿੰਗ दैट ਰਿਲੇਟਡ ਟੂ ਏ ਲਾਰਜ ਸਕੇਲ। ਅਗਰ ਗਵਰਨਮੈਂਟ ਦੀ ਆਪਾਂ ਪਾਲਿਸੀਜ਼ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੀ ਗਵਰਨਮੈਂਟ ਹੈ ਉਹ ਕੀ ਕਰਦੀ ਹੈ, ਉਹ ਪੋਪੂਲੇਸ਼ਨ ਪਲਾਨਿੰਗ ਲਈ ਕਰਦੀ ਹੈ। ਉਹਦੇ 'ਚ ਹੀ ਇਨਕਲੂਡਡ ਹੁੰਦਾ ਤੁਹਾਡਾ ਫੈਮਿਲੀ ਪਲਾਨਿੰਗ, ਇੰਪਲੋਇਮੈਂਟ ਪਲਾਨਿੰਗ, ਰੀਜਨਲ ਡਿਵੈਲਪਮੈਂਟ ਪਲਾਨਿੰਗ। ਤਾਂ ਇੱਥੇ ਜਿਹੜਾ ਆਪਸ਼ਨ ਸੀ ਹੈ ਇਹਦੇ ਵਿੱਚ ਆਪਸ਼ਨਸ ਦੇ ਵਿੱਚ ਗਲਤ ਲਿਖਿਆ ਹੋਇਆ ਹੈ ਬੋਥ A and B। ओके, तो पॉपुलेशन प्लानिंग जी है, देन फैमिली प्लानिंग इज ए राइट आंसर here। Which one of the following is not a area of sparse population? The options are the Atacama Desert, the Southeast Asia equatorial region, and option D it's a polar region। Sparse population, not a sparse population। ठीक है, कि ਜਿਹੜਾ ਉਹ ਵਾਲਾ ਏਰੀਆ ਜਿੱਥੇ ਪੋਪੂਲੇਸ਼ਨ ਬਹੁਤ ਘੱਟ ਹੈ। ਦ ਸਪਾਰਸ ਮੀਨਸ ਹੁੰਦਾ ਬੇਟਾ ਜਿੱਥੇ ਸਭ ਤੋਂ ਘੱਟ ਪੋਪੂਲੇਸ਼ਨ ਹੋਵੇ, ਵੈਰੀ ਲੈਸ ਡੈਂਸ ਪੋਪੂਲੇਸ਼ਨ ਏਰੀਆਜ਼। ਪੋਲਰ ਰੀਜਨ ਦੇ ਵਿੱਚ ਤੁਸੀਂ ਦੇਖੋਗੇ ਡੈਂਸ ਨਹੀਂ ਹੈ ਪੋਪੂਲੇਸ਼ਨ, ਇਟਸ ਅ ਵੈਰੀ ਸਪਾਰਸ। ਦੈਨ ਐਟਾਕਾਮਾ ਡੈਜ਼ਰਟ ਏਰੀਆਜ਼ ਦੇ ਵਿੱਚ ਵੀ ਨਹੀਂ ਪੋਪੂਲੇਸ਼ਨ ਇੰਨਾ ਜ਼ਿਆਦਾ ਹੁੰਦਾ। ਠੀਕ ਹੈ, ਤਾਂ ਇੱਥੇ ਵਿੱਚ ਨੋਟ ਹੈ ਕੁਐਸਚਨ ਦੇ ਵਿੱਚ ਆਇਆ, ਤਾਂ ਇੱਥੇ ਆਏਗਾ ਤੁਹਾਡਾ ਸਾਊਥ ਈਸਟ ਏਸ਼ੀਆ। ਸਾਊਥ ਈਸਟ ਏਸ਼ੀਆ ਜਿਹੜਾ ਰੀਜਨ ਹੈ ਜਿਹਦੇ 'ਚ ਚਾਈਨਾ ਇੰਪੋਰਟੈਂਟ ਕੰਟਰੀ ਹੈ, ਇੰਡੋਨੇਸ਼ੀਆ ਹੈ, ਵੀਅਤਨਾਮ ਹੈ, ਇਹ ਸਾਰੀਆਂ ਕੰਟਰੀਜ਼ ਆ ਜਾਂਦੀਆਂ ਨੇ। ਦੀਜ਼ ਆਲ ਨੋਟ ਏ ਸਪਾਰਸ ਪਾਪੂਲੇਸ਼ਨ, ਇਹਨਾਂ ਵਿੱਚ ਤਾਂ ਬਹੁਤ ਜ਼ਿਆਦਾ ਪਾਪੂਲੇਸ਼ਨ ਹੈ, ਤਾਂ ਇਹ ਸਪਾਰਸ ਪਾਪੂਲੇਸ਼ਨ ਏਰੀਆਜ਼ ਨਹੀਂ ਹਨ। ਤਾਂ ਆਪਸ਼ਨ ਬੀ ਜਿਹੜਾ ਹੈ ਉਹ ਤੁਹਾਡਾ ਰਾਈਟ ਆਨਸਰ ਹੋਗਾ। ਇਹ ਨੋਟ ਏ ਸਪਾਰਸ ਪਾਪੂਲੇਸ਼ਨ ਰੀਜਨ। Okay, the annual population growth rate in India is the annual growth
ਪੋਪੂਲੇਸ਼ਨ ਰੇਟ ਕਿੰਨਾ ਇੰਡੀਆ ਦੇ ਵਿੱਚ? A ਇਟਸ 1.54, B ਇਟਸ 1.64, C 1.74, 1.84। ਤਾਂ ਇੱਥੇ ਰਾਈਟ ਆਂਸਰ ਜਿਹੜਾ ਹੈ ਆਪਸ਼ਨ B ਹੈ। 1.64% ਜਿਹੜਾ ਹੈ ਉਹ ਆਪਣਾ ਐਨੂਅਲ ਪੋਪੂਲੇਸ਼ਨ ਗਰੋਥ ਰੇਟ ਹੈ ਐਜ਼ ਪਰ 2011 ਸੈਂਸਸ। Next, who say that Asia has many places where people are few and few places where people are very many। ਠੀਕ ਹੈ, ਇਹ ਸਟੇਟਮੈਂਟ ਹੈ ਬੇਟਾ ਤੁਹਾਡੇ ਇਸ ਚੈਪਟਰ ਦੇ ਬਿਗਨਿੰਗ ਦੇ ਵਿੱਚ ਹੀ ਦਿੱਤੀ ਹੋਈ ਹੈ। ਉਹਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਹੈ ਏਸ਼ੀਆ ਦੇ ਵਿੱਚ ਕਹਿੰਦੇ ਬਹੁਤ ਸਾਰੀਆਂ ਇੱਦਾਂ ਦੀਆਂ ਪਲੇਸਿਸ ਨੇ ਜਿੱਥੇ ਵੇਅਰ ਪੀਪਲ ਆਰ ਫਿਊ, ਜਿੱਥੇ ਬਹੁਤ ਘੱਟ ਲੋਕ ਨੇ, ਅਤੇ ਕੁਝ ਇੱਦਾਂ ਦੀਆਂ ਪਲੇਸਿਸ ਨੇ ਜਿੱਥੇ ਬਹੁਤ ਜ਼ਿਆਦਾ ਪਾਪੂਲੇਸ਼ਨ ਹੈ। ਠੀਕ ਹੈ, ਇਹਦੇ ਲਈ ਤੁਸੀਂ ਐਗਜ਼ਾਮਪਲ ਲਈ ਤੁਸੀਂ ਦਿੱਲੀ ਦੀ ਐਗਜ਼ਾਮਪਲ ਲੈ ਸਕਦੇ ਹੋ ਇੰਡੀਆ ਦੇ ਵਿੱਚ ਕਿ ਦਿੱਲੀ ਇੱਕ ਬਹੁਤ ਛੋਟੀ ਜਿਹੀ ਪਲੇਸ ਹੈ, ਉੱਥੇ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ। ਤਾਂ ਇਹ ਜਿਹੜੀ ਸਟੇਟਮੈਂਟ ਹੈ ਕਿਹਦੇ ਦੁਆਰਾ ਦਿੱਤੀ ਗਈ ਹੈ? ਤਾਂ ਇੱਥੇ ਆਪਸ਼ਨਸ ਨੇ ਮਾਲਥਿਸ ਹੈ, ਆਪਸ਼ਨ ਬੀ ਜਾਰਜ ਬੀ ਕ੍ਰਿਸਟਲੇਸਲੀ ਹੈ, ਦੈਨ ਸੀ ਇਟਸ ਰੈਫਲੇ, ਦੈਨ ਆਪਸ਼ਨ ਡੀ ਇਟਸ ਰੈਟਜ਼ਲ। ਤਾਂ ਆਪਸ਼ਨਸ ਦੇ ਵਿੱਚ ਤੁਸੀਂ ਦੇਖਣਾ ਹੈ ਹੂ ਸੇ ਦੈਟ, ਤਾਂ ਆਪਸ਼ਨ ਬੀ ਇਜ਼ ਅ ਰਾਈਟ ਆਂਸਰ। ਜਾਰਜ ਬੀ ਕ੍ਰਿਸਟਲੀ ਜਿਹੜਾ ਹੈ ਉਹਨਾਂ ਨੇ ਸਟੇਟਮੈਂਟ ਦਿੱਤੀ ਹੋਈ ਹੈ, ਇਹ ਤੁਹਾਡੇ ਸਟਾਰਟਿੰਗ ਦੇ ਵਿੱਚ ਹੀ ਡੈਫੀਨੇਸ਼ਨ ਦੇ ਵਿੱਚ ਦਿੱਤੀ ਹੋਈ ਹੈ ਚੈਪਟਰ ਦੀ ਬਿਗਨਿੰਗ ਦੇ ਵਿੱਚ। ਉਹਨਾਂ ਦੁਆਰਾ ਕਿਹਾ ਹੈ ਕਿ ਏਸ਼ੀਆ ਹੈਜ਼ ਮੈਨੀ ਪਲੇਸਿਸ ਵੇਅਰ ਪੀਪਲ ਆਰ ਫਿਊ ਐਂਡ ਫਿਊ ਪਲੇਸਿਸ ਵੇਅਰ ਪੀਪਲ ਆਰ ਵੈਰੀ ਮੈਨੀ। ਓਕੇ, ਨੈਕਸਟ, ਹਾਊ ਮੈਨੀ ਟਾਈਮਸ ਇਨ ਦ ਪਾਸਟ 500 years ਹਿਊਮਨ ਪਾਪੂਲੇਸ਼ਨ ਇਨਕਰੀਜ਼ਡ? ਕਿੰਨੇ ਟਾਈਮ ਇਹ ਹੋ ਚੁੱਕਿਆ ਕਿ ਜਿਹੜੀ ਪਾਸਟ ਦੇ ਵਿੱਚ 500 years ਦੇ ਵਿੱਚ ਹਿਊਮਨ ਪਾਪੂਲੇਸ਼ਨ ਇਨਕਰੀਜ਼ਡ ਹੋਈ ਹੈ? ਮੋਰ ਦੈਨ 10 ਟਾਈਮਸ, ਲੈਸ ਦੈਨ 10 ਟਾਈਮਸ, ਮੋਰ ਦੈਨ 20 ਟਾਈਮਸ ਐਂਡ ਲੈਸ ਦੈਨ 5 ਟਾਈਮਸ। ਤਾਂ ਆਪਸ਼ਨ ਦੇਖਣਾ ਹਾਊ ਮੈਨੀ ਟਾਈਮਸ ਇਨ ਪਾਸਟ ਦੇ ਵਿੱਚੋਂ ਕਿੰਨੇ ਵਾਰ, ਪਾਸਟ 500 ਸਾਲ ਦੇ ਵਿੱਚ ਕਿੰਨੇ ਵਾਰ ਇਹ ਹੋ ਚੁੱਕੇ ਕਿ ਹਿਊਮਨ ਪਾਪੂਲੇਸ਼ਨ ਇਨਕਰੀਜ਼ਡ ਹੋਈ ਹੈ? ਤਾਂ ਰਾਈਟ ਆਂਸਰ ਜਿਹੜਾ ਹੈ ਇੱਥੇ ਤੁਹਾਡਾ ਮੋਰ ਦੈਨ 10 ਟਾਈਮਸ। ਠੀਕ ਹੈ, ਤਾਂ ਮੋਰ ਦੈਨ 10 ਟਾਈਮਸ ਜਿਹੜੀ ਪਾਪੂਲੇਸ਼ਨ ਹੈ ਉਹ ਇਨਕਰੀਜ਼ਡ ਹੋ ਚੁੱਕੀ ਹੈ ਅੱਜ ਤੋਂ 500 ਸਾਲ ਪਹਿਲਾਂ ਨਾਲੋਂ। ਠੀਕ ਹੈ, ਤਾਂ ਇਹ ਰਾਈਟ ਆਂਸਰ ਹੈ। ਫਿਲ ਇਨ ਦਾ ਬਲੈਂਕਸ ਨੇ ਬਟਾ ਕੇ ਆਪਸ਼ਨਸ ਨਹੀਂ ਹੈਗੀਆਂ ਇੱਥੇ ਫਿਲ ਇਨ ਦਾ ਬਲੈਂਕਸ ਹੈ। ਵੈਨ ਪੀਪਲ ਮੂਵ ਫਰੋਮ ਵਨ ਪਲੇਸ ਟੂ ਅਨਦਰ ਦ ਪਲੇਸ ਦੇ ਮੂਵ ਫਰੋਮ ਇਜ਼ ਕਾਲਡ। ਤੇ ਮਾਈਗ੍ਰੇਸ਼ਨ ਨਾਲ ਰਿਲੇਟਡ ਟਰਮਸ ਨੇ ਤੁਹਾਡੀ, ਉਹਨਾਂ ਦੀ ਫਿਲਿਪਸ ਨੇ। ਤਾਂ ਫਰਸਟ ਫਿਲਿਪ ਦੇਖਦੇ ਹਾਂ, ਫਿਰ ਸੈਕਿੰਡ ਦੇਖਦੇ ਹਾਂ, ਥਰਡ ਦੇਖਦੇ ਹਾਂ, ਫਿਰ ਆਪਾਂ ਫਾਈਨਲ ਦੇ ਵਿੱਚ ਸਾਰਿਆਂ ਦਾ ਇਕੱਠਾ ਹੀ ਆਂਸਰ ਦੇਖਾਂਗੇ। ਸੈਕਿੰਡ, ਵੈਨ ਪੀਪਲ ਮੂਵ ਫਰੋਮ ਵਨ ਪਲੇਸ ਟੂ ਅਨਦਰ ਦ ਪਲੇਸ ਦੇ ਮੂਵ ਟੂ ਇਜ਼ ਕਾਲਡ। ਠੀਕ ਹੈ, ਤਾਂ ਇੱਥੇ ਹੁਣ ਆਪਸ਼ਨਸ ਦੇਖਦੇ ਹਾਂ। ਫਰਸਟ, ਪਲੇਸ ਆਫ ਓਰੀਜਨ। ਵੈਨ ਪੀਪਲ ਮੂਵ ਫਰੋਮ ਵਨ ਪਲੇਸ ਟੂ ਅਨਦਰ ਤਾਂ ਉਹ ਪਲੇਸ ਕਿਹੜੀ ਹੁੰਦੀ ਹੈ? ਦੇ ਮੂਵ ਫਰੋਮ ਇਜ਼ ਕਾਲਡ ਪਲੇਸ ਆਫ ਓਰੀਜਨ। ਤੁਹਾਡਾ ਜਿੱਥੇ ਬਰਥ ਹੈ ਉਹ ਤੁਹਾਡਾ ਪਲੇਸ ਆਫ ਓਰੀਜਨ ਹੈ। ਪਲੇਸ ਆਫ ਓਰੀਜਨ ਜਿਹੜਾ ਹੈ ਉਹ ਤੁਹਾਡਾ ਬਰਥ ਪਲੇਸ ਹੈ, ਜਿੱਥੋਂ ਤੁਸੀਂ ਮੂਵ ਕਰਦੇ ਹੋ ਕਿਸੇ ਹੋਰ ਪਲੇਸ ਦੇ ਲਈ। ਆਪਸ਼ਨ ਅੱਗੇ ਸੈਕਿੰਡ ਜਿਹੜਾ ਬੀ ਫਿਲਿਪ ਹੈ ਉਹਦੇ ਵਿੱਚ ਕੀ ਹੈ? ਵੈਨ ਪੀਪਲ ਮੂਵ ਫਰੋਮ ਵਨ ਪਲੇਸ ਟੂ ਅਨਦਰ ਦ ਪਲੇਸ ਦੇ ਮੂਵ ਟੂ ਇਜ਼ ਕਾਲਡ। ਜਿੱਥੇ ਉਹ ਮੂਵ ਕਰਦੇ ਨੇ ਉੱਥੇ ਅਸੀਂ ਮੂਵ ਫਰੋਮ ਇਜ਼ ਕਾਲਡ ਪਲੇਸ ਆਫ ਓਰੀਜਨ। ਇੱਥੇ ਹੁਣ ਹੈ ਸੈਕਿੰਡ ਫਿਲਿਪਸ ਦੇ ਵਿੱਚ ਉਹ ਹੈ ਪਲੇਸ ਦੇ ਮੂਵ ਟੂ ਇਜ਼ ਕਾਲਡ, ਉਹ ਹੈ ਪਲੇਸ ਆਫ ਡੈਸਟੀਨੇਸ਼ਨ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਸਪੋਜ਼ ਕਰੋ ਤੁਹਾਡਾ ਪਲੇਸ ਆਫ ਓਰੀਜਨ ਕੀ ਹੈ? ਪੰਜਾਬ ਹੈ ਜਾਂ ਹਰਿਆਣਾ ਹੈ, ਤਾਂ ਤੁਸੀਂ ਮੂਵ ਕਰਨਾ ਹੈ ਕੈਨੇਡਾ ਜਾਂ ਆਸਟ੍ਰੇਲੀਆ, ਤਾਂ ਤੁਹਾਡਾ ਪਲੇਸ ਆਫ ਓਰੀਜਨ ਇਟਸ ਪੰਜਾਬ ਫਸਟ ਫਿਲਿਪ ਦੇ ਵਿੱਚ। ਸੈਕਿੰਡ ਜਿਹੜਾ ਹੈ ਪਲੇਸ ਆਫ ਡੈਸਟੀਨੇਸ਼ਨ, ਜਿੱਥੇ ਤੁਸੀਂ ਜਾਣਾ ਹੈ ਦੈਟਸ ਯੂਅਰ ਡ੍ਰੀਮ ਕੰਟਰੀ, ਆਸਟ੍ਰੇਲੀਆ, ਕੈਨੇਡਾ, USA ਜੋ ਵੀ ਹੈ। Then third, dash may be interpreted as a simultaneous effect to achieve better balance between population and resource। ਉਹ ਕਿਹੜੀ ਚੀਜ਼ ਹੋ ਸਕਦੀ ਹੈ ਕਹਿੰਦੇ ਜਿਹਦੇ ਨਾਲ ਬੈਲੈਂਸ ਬਣਦਾ ਹੈ ਪੋਪੂਲੇਸ਼ਨ ਦੇ ਵਿੱਚ ਤੇ ਰਿਸੋਰਸਿਸ ਦੇ ਵਿੱਚ? ਤਾਂ ਉਹ ਹੈ ਮਾਈਗ੍ਰੇਸ਼ਨ। ਠੀਕ ਹੈ, ਮਾਈਗ੍ਰੇਸ਼ਨ ਇਨ ਥਰਡ ਫਿਲਮ ਦਾ ਬਲੈਂਕਸ ਦੇ ਵਿੱਚ ਜਿਹੜਾ ਤੁਸੀਂ ਮੈਂਸ਼ਨ ਕਰੋਗੇ, ਕਿਉਂਕਿ ਮਾਈਗ੍ਰੇਸ਼ਨ ਦੇ ਨਾਲ ਹੀ ਜਿਹੜਾ ਬੈਲੈਂਸ ਹੁੰਦਾ ਹੈ ਰਿਸੋਰਸਿਸ ਦੇ ਵਿੱਚ ਤੇ ਪਾਪੂਲੇਸ਼ਨ ਦੇ ਵਿੱਚ। ਕਿਉਂਕਿ ਤੁਸੀਂ ਮਾਈਗ੍ਰੇਟ ਕਿੱਥੇ ਕਰਦੇ ਹੋ? ਜਿੱਥੇ ਪਾਪੂਲੇਸ਼ਨ ਘੱਟ ਹੈ, ਬਿਕੋਜ਼ ਉੱਥੇ ਰਿਸੋਰਸਿਸ ਜ਼ਿਆਦਾ ਨੇ। ਠੀਕ ਹੈ, ਤੁਸੀਂ ਇੱਦਾਂ ਦੀ ਕਿਸੇ ਰੀਜਨ ਦੇ ਵਿੱਚ ਨਹੀਂ ਜਾਓਗੇ ਜਿੱਥੇ ਪਹਿਲਾਂ ਹੀ ਆਲਰੇਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ। ਠੀਕ ਹੈ, ਜਿੱਥੇ ਪਹਿਲਾਂ ਹੀ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਰਿਸੋਰਸਿਸ ਦੇ ਉੱਪਰ, ਤੁਸੀਂ ਉਸ ਕੰਟਰੀ ਦੇ ਵਿੱਚ ਮੂਵ ਕਰਨਾ ਅਫੋਰਡ ਨਹੀਂ ਕਰੋਗੇ। ਲਾਈਕ ਬੰਗਲਾਦੇਸ਼ ਕੋਈ ਜਾਣਾ ਚਾਹੇਗਾ? ਨਹੀਂ ਜਾਣਾ ਚਾਹੇਗਾ, ਬਿਕੋਜ਼ ਦੇ ਹੈਵ ਓਵਰ ਬਰਡਨ ਕੰਟਰੀ ਔਨ ਦ ਰਿਸੋਰਸਿਸ। ਤਾਂ ਸੇਮ ਵੇ ਤੁਸੀਂ ਉਸ ਜਗ੍ਹਾ 'ਤੇ ਜਾਂਦੇ ਹੋ ਜਿੱਥੇ ਤੁਹਾਡੇ ਰਿਸੋਰਸਿਸ ਜ਼ਿਆਦਾ ਨੇ, ਪਾਪੂਲੇਸ਼ਨ ਘੱਟ ਹੈ। ਠੀਕ ਹੈ, ਤਾਂ ਉਹ ਵਾਲੇ ਰੀਜਨ ਦੇ ਵਿੱਚ ਜਾਣਾ। ਇਹਦੇ ਲਈ ਬੈਸਟ ਐਗਜ਼ਾਮਪਲਸ ਜਿਵੇਂ ਤੁਹਾਡੀਆਂ ਹੈਗੀਆਂ ਨੇ ਕੈਨੇਡਾ ਐਂਡ ਆਸਟ੍ਰੇਲੀਆ, ਕਿਉਂਕਿ ਇਹਨਾਂ ਕੋਲ ਪਾਪੂਲੇਸ਼ਨ ਬਹੁਤ ਘੱਟ ਹੈ ਤੇ ਇਹਨਾਂ ਕੋਲ ਰਿਸੋਰਸਿਸ ਬਹੁਤ ਜ਼ਿਆਦਾ ਨੇ।
ਠੀਕ ਹੈ, ਤੇ ਦੈਟਸ ਵਾਈ ਤੁਸੀਂ ਅਟਰੈਕਟ ਕਰਦੇ ਹੋ, ਤੁਸੀਂ ਮਾਈਗ੍ਰੈਂਟ ਹੁੰਦੇ ਹੋ, ਠੀਕ ਹੈ। ਤਾਂ ਇਟਸ ਅ ਐਂਡ ਆਫ ਦਿਸ ਸੈਸ਼ਨ, ਠੀਕ ਹੈ। ਨੈਕਸਟ ਥਰਡ ਚੈਪਟਰ ਜਿਹੜਾ ਹੈ, ਤੇ ਇਹਦਾ ਵੀ ਮੈਂ ਸੈਕਿੰਡ ਪਾਰਟ ਲੈ ਕੇ ਆਵਾਂਗਾ। ਇਹਦੇ ਵਿੱਚ ਬਹੁਤ ਸਾਰੇ MCQ ਕੁਐਸਚਨਸ ਹੋਰ ਨੇ ਜਿਹੜੇ ਇਹਦੇ ਵਿੱਚ ਇਨਕਲੂਡ ਕਰਨੇ ਰਹਿ ਗਏ ਨੇ, ਉਹ ਵੀ ਇਨਕਲੂਡਡ ਕਰਕੇ ਇਹਦਾ ਸੈਕਿੰਡ ਪਾਰਟ ਲੈ ਕੇ ਆਵਾਂਗੇ। ਐਂਡ ਆਪਸ਼ਨ ਇਸ ਤੋਂ ਬਾਅਦ ਤੁਹਾਡਾ ਨੈਕਸਟ ਚੈਪਟਰ ਜਿਹੜਾ ਹੈ ਹਿਊਮਨ ਡਿਵੈਲਪਮੈਂਟ, ਉਹਦਾ ਜਿਹੜੀ ਵੀਡੀਓ ਹੈ ਉਹ ਬਹੁਤ ਜਲਦ ਮੈਂ ਅਪਲੋਡ ਕਰ ਦੇਵਾਂਗਾ, ਠੀਕ ਹੈ। ਤਾਂ ਤੁਸੀਂ ਆਪਣੇ ਆਪ ਨੂੰ ਸੈਲਫ ਇਵੈਲੂਏਟ ਕਰਦੇ ਰਹਿਣਾ। ਇਹ ਕੋਰਸ ਜਿਹੜੇ ਵੀ ਵੀਡੀਓਜ਼ ਨੇ ਜਸਟ ਤੁਹਾਡੇ ਲਈ ਨੇ, ਇਹਦਾ ਕੋਈ ਵੀ ਹੋਰ ਐਕਸਟਰਾ ਮੋਟਿਵ ਨਹੀਂ ਹੈ। ਇਟਸ ਓਨਲੀ ਫॉर योर ਪ੍ਰੈਪਰੇਸ਼ਨ ਫॉर द फाइनल CBSE एग्जामिनेशन 2020 ਐਂਡ 23, ਠੀਕ ਹੈ। ਤਾਂ ਐਂਡ ਐਜ਼ ਪਰ ਇਨ ਫਿਊਚਰ ਅਗਰ ਕੋਈ ਇਹਨਾਂ ਨੂੰ ਦੇਖਦਾ ਤਾਂ ਉਹਨਾਂ ਲਈ ਵੀ ਇਹ ਹੈਲਪਫੁਲ ਹੋਣਗੇ, ਠੀਕ ਹੈ। ਨਾਓ ਵਿਦ ਦੈਟ ਆਈ ਐਂਡ ਦਿਸ ਸੈਸ਼ਨ ਨਾਓ। ਟੇਕ ਕੇਅਰ,